7 ਮਾਰਚ ਨੂੰ ਚੱਲ ਰਹੀ ਹੈ ਜੀ ਇੱਕ ਸਪੈਸ਼ਲ ਫਲਾਈਟ ਅੰਮ੍ਰਿਤਸਰ ਤੋਂ ਬੈਰਗਮੂ, ਜਿਸ ਦਾ ਰੇਟ 40,000 ਰੁਪਈਆ। ਪਰ ਜੇਕਰ ਤੁਸੀਂ ਈਤਾ ਪੰਜਾਬੀ ਕਹੋਗੇ ਤਾਂ ਤੁਹਾਨੂੰ 1,000 ਰੁਪਏ ਤੱਕ ਡਿਸਕਾਊਂਟ ਮਿਲ ਸਕਦਾ। ਜੇਕਰ ਈਤਾ ਪੰਜਾਬੀ ਨਹੀਂ ਗਿਆ ਤਾਂ ਰੇਟ 40,000, ਈਤਾ ਪੰਜਾਬੀ ਕਹੋਗੇ ਤਾਂ ਰੇਟ 39,000। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। 46,631 ਨਵਾਂ ਕੇਸ, 233 ਮਰੀਜ਼ਾਂ ਦੀ ਹੋਈ ਮੌਤ, 73,607 ਮਰੀਜ਼ ਠੀਕ, 10,73,230 ਐਕਟਿਵ ਕੇਸ, 5,30,858 ਟੈਸਟ, 10 ਦੀ ਪੋਜ਼ੀਟਿਵਤਾ ਅੱਜ 8.78 ਚੱਲ ਰਹੀ ਸੀ। ਵੱਧਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ। ਉਸ ਤੋਂ ਬਾਅਦ ਚੱਲਾਂਗੇ ਅਸੀਂ ਇਟਲੀ ਦੀਆਂ ਖਬਰਾਂ ਤੋਂ ਬਾਅਦ ਜਾਣਾ ਅਸੀਂ ਜੋ ਇਸ ਟਾਈਮ ਮੈਦਾਨੀ ਜੰਗ ਦੇ ਵਿੱਚ ਹੋ ਰਿਹਾ, ਉੱਥੇ ਦੇ ਕੀ ਅਪਡੇਟ ਨੇ। ਸਭ ਤੋਂ ਪਹਿਲਾਂ ਵਰੋਨਾ ਦੇ ਵਿੱਚ ਚੱਲਦੇ ਜੀ। ਵਰੋਨਾ ਦੇ ਵਿੱਚ ਇੱਕ ਫੈਕਟਰੀ ਨੇ ਆਪਣੇ ਕੰਚੈਲੀਆਂ ਦੇ ਮੂਹਰੇ ਲਿਖ ਕੇ ਬੋਰਡ ਲਾਇਆ ਕਿ ਸਾਨੂੰ ਕੰਮ 'ਤੇ ਬੰਦੇ ਦੀ ਲੋੜ ਆ, ਪਰ ਸਾਨੂੰ ਜਗ੍ਹਾ ਦੀ ਖਾਨਾ ਪੂਰਤੀ ਦੀ ਲੋੜ ਨਹੀਂ, ਸਾਨੂੰ ਬੰਦਾ ਉਹ ਚਾਹੀਦਾ ਜੋ ਕੰਮ ਕਰੇ। ਬਸ ਫਿਰ ਕੀ ਸੀ, ਅਤੇ ਕਹਿੰਦੇ ਕੰਮ ਦੀ ਘਾਟ ਹੈ ਨਹੀਂ ਗੀ, ਪਰ ਸਿਰਫ ਸਾਨੂੰ ਕੰਮ ਕਰਨ ਵਾਲੇ ਬੰਦਿਆਂ ਦੀ ਘਾਟ ਆ, ਕਿਉਂਕਿ ਜਿਹੜੇ ਬੰਦੇ ਸਾਡੇ ਕੋਲ ਆ ਉਹ ਤਾਂ ਕੰਮ ਕਰਕੇ ਰਾਜ਼ੀ ਨਹੀਂ ਹੈਗੇ, ਅਤੇ ਪੈਸੇ ਵੀ ਖੁੱਲ੍ਹੇ ਮਿਲਣਗੇ, ਤਨਖਾਹ ਵੱਡੀ। 150 ਬੰਦੇ ਨੇ ਆਪਣਾ ਕੁਰੀਕੁਲਮ ਭੇਜ ਦਿੱਤਾ ਜੀ। 150 ਜਿਹੜੇ ਬੰਦੇ ਨੇ ਆਪਣਾ ਕੁਰੀਕੁਲਮ ਭੇਜਿਆ, ਜ਼ਿਆਦਾਤਰ ਇਹਦੇ ਵਿੱਚ ਦੱਸਿਆ ਜਾ ਰਿਹਾ ਸਟੂਡੈਂਟ ਨਹੀਂ ਸੀ। ਉਸ ਕਰਤੈਲੋ ਨੂੰ ਲਾਉਣ ਦੇ ਨਾਲ, ਪਬਲਿਸਿਟੀ ਕਰਨ ਦੇ ਨਾਲ ਉਹ ਕਹਿੰਦਾ ਕਿ ਮੈਂ ਖੁਸ਼ ਹਾਂ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਕਿ ਇਸ ਟਾਈਮ ਰਸ਼ੀਆ ਦੇ ਵਿੱਚ ਸਭ ਤੋਂ ਵੱਧ ਖਤਰਨਾਕ, ਜਾਂ ਅਸੀਂ ਕਹਿ ਸਕਦੇ ਬੁਰੀ ਖਬਰ ਇੱਕ ਇਹ ਹੈ ਕਿ ਜਿਹੜਾ ਸਵਿਫਟ ਸਿਸਟਮ ਆ ਉਹ ਕਾਫੀ ਹੱਦ ਤੱਕ ਇਹਨਾਂ ਨੇ ਬੰਦ ਕਰ ਦਿੱਤਾ ਜੀ। ਕਨੈਕਸ਼ਨ ਤੋੜ ਦਿੱਤੇ ਸਵਿਫਟ ਸਿਸਟਮ ਦੇ। ਇੱਕ ਨਜ਼ਰ ਮਾਰ ਦਿੰਦੇ, ਝਾਕੀ ਮਾਰਦੇ ਇਸ ਸਵਿਫਟ ਸਿਸਟਮ ਆ ਜਿਹੜਾ ਬੈਂਕਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਅਸਲ ਦੇ ਵਿੱਚ ਹੈ ਕਿ 1977 ਦੇ ਵਿੱਚ ਇਸ ਦੀ ਕਾਢ ਹੋਈ ਸੀ, ਜੋ ਕਿ ਟੈਲੀਗ੍ਰਾਮ ਤੋਂ ਬਾਅਦ ਜੋ ਟੈਲਿਕਸ ਬਣਿਆ ਉਸ ਤੋਂ ਬਾਅਦ ਇਸ ਨੂੰ ਵਰਤਿਆ ਜਾਂਦਾ ਹੈ। ਪਹਿਲਾਂ ਇਹ ਬਹੁਤ ਹੀ ਜ਼ਿਆਦਾ ਸਲੋਅ ਹੁੰਦਾ ਸੀ, ਪਰ ਫਿਰ ਹੌਲੀ ਹੌਲੀ ਇਸ ਨੂੰ ਬੈਂਕਾਂ ਦੇ ਵਿੱਚ ਅਪਲਾਈ ਕਰ ਲਿਆ ਗਿਆ। ਸਵਿਫਟ ਅਸਲ ਦੇ ਵਿੱਚ ਹੋਰ ਕੁਛ ਨਹੀਂ, ਇਹਦੇ ਵਿੱਚ ਕੁਛ ਕੋਡ ਹੁੰਦੇ ਆ ਜਿਨ੍ਹਾਂ ਦੇ ਨਾਲ ਬੈਂਕ ਦਾ ਪਤਾ ਲੱਗ ਜਾ ਕਿ ਇਹ ਕਿਹੜੀ ਬੈਂਕ ਦੀ ਬ੍ਰਾਂਚ ਤੋਂ ਜਿਹੜੇ ਪੈਸੇ ਆ ਰਹੇ ਆ, ਕਿਸ ਬੰਦੇ ਨੂੰ ਜਾਣੇ ਆ। BIC ਬੈਂਕ ਆਈਡੈਂਟੀਫਾਇਰ ਕੋਡ ਜਿਹੜਾ ਹੁੰਦਾ ਉਹ ਸਿਰਫ ਜਿਹੜਾ ਸਵਿਫਟ ਦੇ ਨਾਲ ਹੀ ਹੁੰਦਾ, ਜਿਸ ਤਰ੍ਹਾਂ ਕਿ ਆਪਾਂ ਈਵਨ ਦਿੰਦੇ ਹਾਂ, ਕਿਉਂਕਿ ਜਦੋਂ ਲੱਖਾਂ ਦੇ ਹਿਸਾਬ ਦੇ ਨਾਲ ਆਪਰੇਸ਼ਨ ਕਰਦੀਆਂ ਨੇ ਬੈਂਕਾਂ, ਇੱਕ ਬੈਂਕ ਤੋਂ ਦੂਸਰੇ ਬੈਂਕ ਨੂੰ ਪੈਸੇ ਜਾ ਰਹੇ ਹੁੰਦੇ ਆ, ਅਕਾਊਂਟਾਂ ਤੋਂ ਦੂਸਰੇ ਅਕਾਊਂਟਾਂ ਦੇ ਵਿੱਚ ਪੈਸੇ ਜਾ ਰਹੇ, ਸਹੀ ਬੰਦੇ ਦੇ ਅਕਾਊਂਟ 'ਚ ਪੈਸੇ ਜਾਣ, ਇਸ ਲਈ ਜ਼ਰੂਰੀ ਹੁੰਦਾ ਹੈ ਕਿ ਸਵਿਫਟ ਸਿਸਟਮ ਚੱਲਦਾ ਹੋਵੇ। ਅਤੇ ਇਸ ਦੇ ਨਾਲ ਕੀ ਹੋਇਆ ਜੀ, ਸਵਿਫਟ ਸਿਸਟਮ ਬੰਦ ਕਰਨ ਦੇ ਨਾਲ ਉਹਨਾਂ ਦੇ ਅੱਜ ਸੋਮਵਾਰ ਦੀ ਗੱਲ ਹੈ ਜੀ, ਸੋਮਵਾਰ ਨੂੰ ਲੋਕਾਂ ਨੇ ਲਾਈਨਾਂ ਲਾਈਆਂ ਹੋਈਆਂ ਸਨ। ਲਾਈਨਾਂ ਕਿਸ ਗੱਲ ਦੇ ਲਾਈਆਂ ਸੀ? ਲਾਈਨਾਂ ਲਾਈਆਂ ਸੀ ਮੈਟਰੋ ਦੇ ਵਿੱਚ, ਆਪਣੀਆਂ ਜਿਹੜੀਆਂ ਉਹਨਾਂ ਨੇ ਫਲਾਈਟਾਂ ਫੜਨੀਆਂ, ਆਪਣੀਆਂ ਲਾਈਨਾਂ ਦੇ ਵਿੱਚ ਜਿਹੜੀਆਂ ਰੇਲ ਗੱਡੀਆਂ ਦੇ ਵਿੱਚ ਮੈਟਰੋ ਫੜਨੀ, ਉਹ ਵੀ ਫਲਾਈਟ ਨਾਲ ਦੀ ਗੱਲ ਸੀ। ਅਤੇ ਦੱਸਿਆ ਜਾ ਰਿਹਾ ਕਿ ਸਿਰਫ ਇੱਕ ਸਵਿਫਟ ਨੂੰ ਬੰਦ ਕਰਨ ਦੇ ਨਾਲ ਲੋਕਾਂ ਨੂੰ ਸਾਰਿਆਂ ਨੂੰ ਪੈਸੇ ਦੇਣੇ ਪੈ ਰਹੇ ਸੀ, ਉਹ ਵੀ ਨਕਦ ਦੇ ਵਿੱਚ, ਕਿਉਂਕਿ ਐਪਲ ਪੇ ਵੀ ਬੰਦ ਕਰ ਦਿੱਤਾ ਗਿਆ ਉੱਥੇ, ਅਤੇ ਜੋ ਵੀ ਕਾਰਤੀਆਂ ਦੇ ਨਾਲ ਪੇਮੈਂਟ ਕੀਤੀ ਜਾਂਦੀ ਹੈ ਉਹ ਸਾਰੀ ਦੀ ਸਾਰੀ ਬੰਦ ਕਰ ਦਿੱਤੀ ਹੈ। ਸਵਿਫਟ ਹੈ ਨਹੀਂ ਤਾਂ ਜਿੰਨੀਆਂ ਵੀ ਇਹ ਡਿਜੀਟਲ ਪੇਮੈਂਟਾਂ ਨੇ ਸਾਰੀਆਂ ਬੰਦ ਹੋ ਗਈਆਂ। ਸਵਿਫਟ ਤੋਂ ਇਲਾਵਾ ਵੀ ਹੈਗੀ ਸਿਸਟਮ ਆ, ਪਰ ਉਹ ਵੀ ਕੁਛ ਖਾਸ ਜਿਹੜਾ ਕੰਮ ਨਹੀਂ ਕਰਦੇ। ਅਗਲੇ ਅਪਡੇਟ ਵੱਲ ਚੱਲਦੇ ਜੀ। ਆਸਟ੍ਰੇਲੀਆ ਤੋਂ 9 ਬੰਦਿਆਂ ਦੀ ਮੌਤ ਅਤੇ 40,000 ਬੰਦਿਆਂ ਨੂੰ ਜਿਹੜਾ ਇਵੈਕੂਏਟ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ। ਮੀਂਹ ਬਹੁਤ ਤੇਜ਼ ਪਿਆ। ਨਿਊ ਗਾਲਿਸ ਸਾਊਥ ਦਾ ਜਿਹੜਾ ਨਿਊ ਗਾਲਿਸ ਦੇ ਜਿਹੜੇ ਕੁਈਨਸਲੈਂਡ ਆ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੇ ਕਾਰਨ ਹੜ੍ਹ ਆ ਗਏ ਨੇ, ਜਿਹੜੇ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ। 9 ਬੰਦਿਆਂ ਦੀ ਮੌਤ ਹੋ ਗਈ ਹੈ ਅਤੇ 40,000 ਬੰਦਿਆਂ ਨੂੰ ਉੱਥੋਂ ਕੱਢਣਾ ਪਿਆ। ਅਤੇ ਉਸ ਤੋਂ ਬਾਅਦ ਜਿਹੜਾ 3 ਲੱਖ ਬੰਦਾ ਜੀ, ਉਹਨਾਂ ਨੂੰ ਵੀ ਅਲਰਟ ਦੇ ਵਿੱਚ ਰੱਖਤਾ ਕਿ ਤੁਹਾਨੂੰ ਕਦੇ ਵੀ ਇਵੈਕੂਏਟ ਕੀਤਾ ਜਾ ਸਕਦਾ, ਜੇਕਰ ਸਿਚੁਏਸ਼ਨ ਆ ਜਿਹੜੀ ਹੱਥੋਂ ਦਿਸਦੀ ਹੋਵੇ। ਤਾਂ ਮੀਂਹ ਕਣੀ ਤੂਫਾਨ ਉੱਥੇ ਆਇਆ ਜੀ। ਦੱਸਿਆ ਜਾ ਰਿਹਾ ਕਿ 2011 ਤੋਂ ਬਾਅਦ ਹੁਣ ਪਹਿਲੀ ਵਾਰ ਇੰਨਾ ਹੋਇਆ, ਅਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਅਲਾਰਮ ਜਾਰੀ ਕਰ ਦਿੱਤਾ ਜੀ। ਦੱਸਿਆ ਕਿ ਆਉਣ ਵਾਲੇ ਘੰਟਿਆਂ ਦੇ ਵਿੱਚ ਸਿਡਨੀ ਹੋ ਗਿਆ, ਲਿਜ਼ਮੋਰ ਹੋ ਗਿਆ, ਇਹਨਾਂ ਦੇ ਵਿੱਚ ਤਕਰੀਬਨ ਕਾਫੀ ਹੱਦ ਤੱਕ ਮੀਂਹ, ਹਨੇਰੀ, ਤੂਫਾਨ ਆ ਸਕਦਾ। ਅਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਤੂਫਾਨ ਨੇ ਸਾਰਿਆਂ ਦੇ ਜਿਹੜੇ ਆ ਬੱਖ ਤੋੜ ਦਿੱਤੇ ਆ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ, ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਜੀ। 300 ਦੇ ਵਿੱਚ ਜਿਹੜੇ ਬੰਦੇ ਗ੍ਰੀਨ ਪਾਸ ਖਰੀਦ ਰਹੇ ਸੀ, ਸਾਰਿਆਂ ਦੇ ਨੰਬਰ ਲੱਗ ਰਹੇ ਆ, ਅਤੇ ਸਾਰੇ ਹੀ ਬੰਦਿਆਂ ਨੂੰ ਹੁਣ ਪੈਸੇ ਵੀ ਭਰਨੇ ਪੈ ਸਕਦੇ। ਸਰਕਾਰ ਨੇ ਬੰਦਿਆਂ ਦੇ ਨਾਂ ਸਾਰੇ ਕਢਾ ਲਏ ਜਿਨ੍ਹਾਂ ਨੇ ਡੁਪਲੀਕੇਟ ਗ੍ਰੀਨ ਪਾਸ ਲਏ ਸੀ।
ਰਸ਼ੀਆ ਵੱਲ ਚੱਲਦੀਆਂ, ਰਸ਼ੀਆ ਅਤੇ ਯੂਕਰੇਨ ਦੇ ਵਿੱਚ ਚੱਲਦੀਆਂ ਜੀ। ਅੱਜ ਯੂਕਰੇਨ ਨੇ ਯੂਰਪ ਯੂਨੀਅਨ ਦੇ ਕੋਲੋਂ ਮੰਗ ਕੀਤੀ ਹੈ, ਲਿਖਤੀ ਰੂਪ ਦੇ ਵਿੱਚ ਮੰਗ ਕੀਤੀ ਕਿ ਮੈਨੂੰ ਵੀ ਯੂਰਪ ਯੂਨੀਅਨ ਦਾ ਹਿੱਸਾ ਬਣਾ ਲਿਆ ਜਾਵੇ। ਪਰ ਇਸ ਹਿੱਸੇ ਨੂੰ ਇਹ ਜਿਹੜੀ ਲਿਖਤੀ ਰੂਪ ਦੇ ਵਿੱਚ ਮੰਗ ਕੀਤੀ ਹੈ, ਫਿਲਹਾਲ ਦੇ ਲਈ ਐਕਸੈਪਟ ਨਹੀਂ ਕੀਤਾ ਗਿਆ। ਕਾਰਨ ਇਹ ਹੈ ਜੀ, ਯੂਰਪ ਯੂਨੀਅਨ ਦੇ ਪ੍ਰਧਾਨ ਵੌਨ ਡਰ ਲਾਇਨ ਜਿਹੜੀ ਆ, ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜੀ ਸਾਡੀ ਪਹਿਲ ਆ, ਇਹਨੂੰ ਯੂਰਪ ਯੂਨੀਅਨ ਦੇ ਵਿੱਚ ਰੱਖਣਾ ਨਹੀਂ, ਇਸ ਨੂੰ ਫਿਲਹਾਲ ਬਰਕਰਾਰ ਰੱਖਣਾ। ਅਤੇ ਗੱਲ ਇੱਕ ਇਹ ਵੀ ਹੈ ਕਿ ਯੂਰਪ ਯੂਨੀਅਨ ਦੇ ਵਿੱਚ ਐਂਟਰੀ ਕਰਨਾ ਕੁਛ ਦਿਨਾਂ ਦੀ, ਮਹੀਨਿਆਂ ਦੀ ਖੇਡ ਨਹੀਂ ਹੈਗੀ। ਲਿਖਤੀ ਰੂਪ ਦੇ ਵਿੱਚ ਦੇ ਦਿੱਤਾ, ਮਤਲਬ ਇਹ ਨਹੀਂ ਕਿ ਇਹਨੂੰ ਯੂਰਪ ਯੂਨੀਅਨ ਦੇ ਵਿੱਚ ਰੱਖ ਲਿਆ ਜਾਏਗਾ, ਅਤੇ ਇਹਨੂੰ ਘੱਟ ਤੋਂ ਘੱਟ 2-2, 3-3 ਜਾਂ 10-10 ਸਾਲ ਵੀ ਲੱਗ ਸਕਦੇ ਆ। ਤੁਰਕੀ ਨੇ ਵੀ ਲਿਖਤੀ ਰੂਪ ਦੇ ਵਿੱਚ ਸਰਕਾਰ ਤੋਂ, ਯੂਰਪ ਤੋਂ ਮੰਗ ਕੀਤੀ ਸੀ ਕਿ ਮੈਨੂੰ ਐਂਟਰੀ ਦਿੱਤੀ ਜਾਵੇ, ਪਰ ਤੁਰਕੀ ਨੂੰ ਹੁਣ ਤੱਕ ਐਂਟਰੀ ਨਹੀਂ ਮਿਲੀ। ਪਰ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਸ਼ਾਇਦ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਹਨੂੰ ਐਂਟਰ ਵੀ ਕਰ ਲਿਆ ਜਾਊਗਾ। ਇਸ ਟਾਈਮ ਰਸ਼ੀਆ ਦੇ ਨਾਲ ਇਹ ਲੜਾਈ ਦੇ ਵਿੱਚ, ਜੰਗ ਦਾ ਮੈਦਾਨ ਜਿਹੜਾ ਇਸ ਟਾਈਮ ਪੂਰਾ ਮਗਿਆ ਹੋਇਆ, ਅਤੇ ਜਿਹੜੇ ਨਾਲ ਦੀਆਂ ਕੰਟਰੀਆਂ ਨੇ, ਪੋਲੈਂਡ ਹੋ ਗਈਆਂ ਜਾਂ ਹੋਰ ਇਹਦੇ ਨਾਲ ਦੀਆਂ ਕੰਟਰੀਆਂ ਨੇ, ਉਹਨਾਂ ਨੂੰ ਵੀ ਡਰ ਹੈ ਕਿ ਜੇਕਰ ਯੂਰਪ ਦੀ ਕੰਟਰੀ ਦੇ ਵਿੱਚ, ਯੂਰਪ ਦੇਸ਼ਾਂ ਦੇ ਵਿੱਚ ਇਹ ਆ ਜਾਂਦਾ ਆ, ਤਾਂ ਉਸ ਦੇ ਨਾਲ ਰਸ਼ੀਆ ਨਾਲ ਦੇ ਕੰਟਰੀਆਂ ਦੇ ਉੱਤੇ ਵੀ ਅਟੈਕ ਕਰ ਸਕਦਾ, ਜਿਸ ਕਾਰਨ ਡਰ ਜਿਹੜਾ ਹੋਰ ਵੀ ਜ਼ਿਆਦਾ ਵੱਧ ਸਕਦਾ। ਅਤੇ ਹੁਣ ਇਸ ਟਾਈਮ ਇਹ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਯੂਰਪ ਆਪਣੀ ਇੱਕ ਨਵੀਂ ਫੌਜ ਤਿਆਰ ਕਰਨ ਜਾ ਰਿਹਾ। ਯੂਰਪ ਆਪਣੀ ਨਵੀਂ ਫੌਜ ਤਿਆਰ ਕਰਨ ਜਾ ਰਿਹਾ, ਜੋ ਕਿ ਸਾਰਿਆਂ ਦੀ, ਯੂਰਪ ਦੇਸ਼ਾਂ ਦੀ, ਯੂਰਪ ਯੂਨੀਅਨ ਦੀ ਸਾਂਝੀ ਫੌਜ ਹੋਊਗੀ। ਇਸ ਟਾਈਮ ਗੱਲਬਾਤ ਚੱਲ ਰਹੀ ਹੈ, ਵੈਸੇ ਹਰ ਦੇਸ਼ ਦੇ ਕੋਲ ਆਪਣੇ ਸਿਪਾਹੀ ਹੈਗੇ, ਪਰ ਇਹਨਾਂ ਨੇ ਇੱਕ ਨਵੀਂ ਫੌਜ ਤਿਆਰ ਕਰਨੀ ਹੈ। ਸ਼ਾਇਦ ਉਹਨਾਂ ਦੀ ਰਿਕੁਆਇਰਮੈਂਟ, ਉਹਨਾਂ ਦੀਆਂ ਜਿਹੜੀਆਂ ਭਰਤੀਆਂ ਵੀ ਛੇਤੀ ਸ਼ੁਰੂ ਹੋ ਜਾਣਗੀਆਂ। ਬਾਕੀ ਰਸ਼ੀਆ ਦੇ ਜਿਹੜੇ ਲੱਗੇ, ਜਿੰਨੇ ਇਹਨਾਂ ਨੇ ਲਾਣੇ ਨੇ ਉਹਨਾਂ ਦੇ ਉੱਤੇ ਜੁਰਮਾਨੇ, ਜੋ ਵੀ ਕਰਨਾ, ਉਹ ਤਾਂ ਲੋਕਾਂ ਨੂੰ ਜਿਹੜੇ ਇਹਨਾਂ ਤੋਂ ਇੰਪੋਰਟ ਕਰ ਰਹੇ ਨੇ, ਐਕਸਪੋਰਟ ਕਰ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਹੀ ਨੁਕਸਾਨ ਹੋਣਾ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ, ਰਸ਼ੀਆ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ। ਦੱਸਿਆ ਜਾ ਰਿਹਾ ਕਿ ਮੌਤ ਸਵੇਰ ਦੇ ਟਾਈਮ ਹੀ ਹੋਈ ਆ, ਅਤੇ ਇਹ ਜੋ ਲੜਕਾ, ਇਸ ਦਾ ਨਾਮ, ਇਸ ਸਟੂਡੈਂਟ ਦਾ ਜਿਹੜਾ ਨਾਮ ਆ, ਨਵੀਨ ਸ਼ਿਖਾਰਪਾ ਨਾਂ ਸੀ, ਅਤੇ ਇਸ ਦੀ ਜਿਹੜੀ ਮੌਤ ਹੋਈ ਆ, ਅਤੇ ਇਹਦਾ ਅਫਸੋਸ ਸਾਨੂੰ ਸਾਰਿਆਂ ਨੂੰ ਆ, ਅਤੇ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਉੱਥੇ ਫਸੇ ਹੋਏ ਭਾਰਤੀ ਸਟੂਡੈਂਟ ਨੇ, ਉਹਨਾਂ ਨੂੰ ਛੇਤੀ ਤੋਂ ਛੇਤੀ ਕੱਢ ਲਿਆ ਜਾਊਗਾ ਜੀ। ਅਗਲਾ ਇੱਕ ਹੋਰ ਅਪਡੇਟ ਆ ਰਿਹਾ ਜੀ, ਉਹ ਅਪਡੇਟ ਇਹ ਆ ਰਿਹਾ ਜੀ ਕਿ ਰਸ਼ੀਆ ਦੇ ਉੱਤੇ ਇਲਜ਼ਾਮ ਲਾਇਆ ਗਿਆ, ਯੂਕਰੇਨ ਦੇ ਵੱਲੋਂ ਰਸ਼ੀਆ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਜਿਹੜਾ ਰਸ਼ੀਆ ਆ, ਉਹ ਆਪਣਾ ਜਿਹੜਾ ਥਰਮੋਬੈਰਿਕ ਬੰਬਾਂ ਦਾ ਇਸਤੇਮਾਲ ਕੀਤਾ ਇੱਕ ਬੱਚਿਆਂ ਦੇ ਸਕੂਲ 'ਤੇ। ਇਹ ਜੋ ਥਰਮੋਬੈਰਿਕ ਬੰਬ ਆ, ਅਸੀਂ ਇਸ ਨੂੰ ਹੋਰ ਵੀ ਘਾਤਕ ਮੰਨਦੇ ਹਾਂ। ਅੱਛਾ, ਅਸਲ ਦੇ ਵਿੱਚ ਇਹ ਥਰਮੋਬੈਰਿਕ ਬੰਬ ਹੈ ਕਿ, ਪਹਿਲਾਂ ਇਹਦੇ ਬਾਰੇ ਇੱਕ ਨਜ਼ਰ ਮਾਰਦੇ ਹਾਂ, ਫਿਰ ਦੱਸਦੇ ਹਾਂ ਜੀ ਉਹਨਾਂ ਨੇ ਇਹ ਇਲਜ਼ਾਮ ਕਿਉਂ ਲਾਇਆ। ਇਹ ਜੋ ਥਰਮੋਬੈਰਿਕ ਬੰਬ ਹੁੰਦੇ, ਅਸਲ ਦੇ ਵਿੱਚ ਇਹ ਦੋ, ਇਹਨਾਂ ਦੇ ਵਿੱਚ ਪਰਤਾਂ ਹੁੰਦੀਆਂ, ਇੱਕ ਦੇ ਵਿੱਚ ਗੈਸ, ਦੂਜੇ ਦੇ ਵਿੱਚ ਇਹਨਾਂ ਦੇ ਵਿੱਚ ਲੋਹੇ ਦੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਚੀਜ਼ਾਂ ਪਾਈਆਂ ਹੁੰਦੀਆਂ, ਛੋਟੇ ਛੋਟੇ ਕਣ ਪਾਏ ਹੁੰਦੇ, ਜੋ ਕਿ ਵਿਸਫੋਟ ਦੇ ਨਾਲ ਫਟਦੇ ਆ। ਅਤੇ ਜਿਸ ਟਾਈਮ ਇਹ ਜਿਹੜਾ ਬੰਬ ਜਿਸ ਟਾਈਮ ਫਟਦਾ ਜੀ, ਉਸ ਵੇਲੇ ਕਿਆ ਹੁੰਦਾ, ਉਸ ਵੇਲੇ ਇਹ ਹੁੰਦਾ, ਪਹਿਲਾਂ ਤਾਂ ਬਹੁਤ ਵੱਡਾ ਇੱਕ ਗੈਸ ਦਾ ਗੋਲਾ ਬਣ ਜਾਂਦਾ, ਜਿਹਦੇ ਵਿੱਚ ਹਜ਼ਾਰਾਂ ਦੀ ਡਿਗਰੀ ਦੇ ਨਾਲ ਟੈਂਪਰੇਚਰ ਹੁੰਦਾ, ਅਤੇ ਇਹਦੇ ਵਿੱਚ ਜਿਹੜੀਆਂ ਲੋਹੇ ਦੇ ਇਹ ਕਣ ਹੁੰਦੇ ਆ, ਇਹ ਵੀ ਫੈਲਦੇ ਆ। ਪਰ ਸਭ ਤੋਂ ਭਿਆਨਕ ਗੱਲ ਇਹ ਹੈ ਜੀ, ਲੋਹੇ ਦਾ ਫੈਲਣਾ ਨਹੀਂ, ਸਭ ਤੋਂ ਭਿਆਨਕ ਗੱਲ ਇਹਦੇ ਵਿੱਚ ਇਹ ਆਉਂਦੀ ਹੈ ਕਿ ਜਿਸ ਟਾਈਮ ਇਹ ਗੈਸ ਫਟਦੀ ਆ, ਇੱਕ ਹਨੇਰੀ ਦਾ ਰੂਪ ਲੈਂਦੀ ਆ, ਇੱਕ ਤੂਫਾਨ, ਅੱਗ ਦੀ ਹਨੇਰੀ ਤੂਫਾਨ ਆਉਂਦਾ, ਆਲੇ ਦੁਆਲੇ ਜਿੰਨੀ ਵੀ ਆਕਸੀਜਨ ਹੁੰਦੀ ਹੈ ਸਾਰੀ ਖਿੱਚ ਲੈਂਦੀ ਹੈ, ਅਤੇ ਇਸ ਦਾ ਨੁਕਸਾਨ ਰੋਕਣ ਦੇ ਲਈ ਕੰਧਾਂ ਦੀਆਂ ਦੀਵਾਰਾਂ ਜਾਂ ਕੰਧਾਂ ਦਰਵਾਜ਼ੇ ਕੁਛ ਨਹੀਂ ਕਰ ਸਕਦੀਆਂ। ਨੋਰਮਲੀ ਦੱਸਿਆ ਜਾਂਦਾ ਕਿ ਬਿਲਡਿੰਗਾਂ ਦੇ ਵਿੱਚ ਲੁਕੇ ਹੋਏ ਅੱਤਵਾਦੀਆਂ ਨੂੰ ਮਾਰਨ ਦੇ ਲਈ ਨਾ ਬੰਬਾਂ ਛੋਟੇ ਪੱਧਰ ਦੇ ਵਿੱਚ, ਛੋਟੀ ਕੁਆਂਟਿਟੀ ਦੇ ਵਿੱਚ ਯੂਜ਼ ਕੀਤਾ ਜਾਂਦਾ, ਕਿ ਜਿਸ ਟਾਈਮ ਉਹਦੇ ਵਿੱਚ ਸਿੱਟਣਾ, ਅੰਦਰ ਜਿੰਨੀ ਵੀ ਆਕਸੀਜਨ ਸਾਰੀ ਖਤਮ ਹੋ ਜਾਣੀ। ਬੰਦਾ ਚਾਹੇ ਅੰਡਰਗਰਾਊਂਡ ਬੰਕਰ ਦੇ ਵਿੱਚ ਹੋਵੇ, ਚਾਹੇ ਕਿਸੇ ਵੀ ਪਾਸੇ ਲੁਕਿਆ ਹੋਵੇ, ਆਕਸੀਜਨ ਬੰਦ ਅਤੇ ਉਹ ਬੰਦਾ ਖਤਮ। ਇਹ ਪੂਰੀ ਤਰ੍ਹਾਂ ਮਾਰਨ ਦੇ ਲਈ ਹੁੰਦਾ। ਅਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਬੰਬ ਇੱਕ ਸਕੂਲ ਦੇ ਉੱਤੇ ਸਿੱਟਿਆ ਗਿਆ, ਜਿਸ ਦੇ ਨਾਲ ਕਾਫੀ ਜਿਹੜੇ ਬੱਚਿਆਂ ਦੀ ਮੌਤ ਹੋਈ ਹੈ। ਅਤੇ ਇਹ ਜਿਹੜੇ ਬੰਬ ਆ, ਹਵਾਈ ਜਹਾਜ਼ ਰਾਹੀਂ, ਹੈਲੀਕਾਪਟਰਾਂ ਰਾਹੀਂ ਵੀ ਸਿੱਟੇ ਜਾ ਸਕਦੇ ਆ। ਇਹਨਾਂ ਬੰਬਾਂ ਨੂੰ ਨੋਰਮਲੀ ਤੌਰ 'ਤੇ ਹੱਥਾਂ ਰਾਹੀਂ ਵੀ ਸਿੱਟਿਆ ਜਾ ਸਕਦਾ, ਅਤੇ ਇਹ ਜਿਹੜੇ ਸਭ ਤੋਂ ਘਾਤਕ ਹਥਿਆਰ 'ਚ ਮੰਨੇ ਜਾ ਰਹੇ ਨੇ। ਇਸ ਟਾਈਮ ਦੱਸਿਆ ਜਾ ਰਿਹਾ ਕਿ ਪੈਂਤਾਗਨੋ ਵੱਲੋਂ ਜਿਹੜਾ ਅਮਰੀਕਾ ਦੀ ਹੈ ਜਿਹੜੀ ਸਿਕਿਉਰਿਟੀ ਆ, ਜਿਹੜੀ ਪੈਂਤਾਗਨੋ ਇਟਾਲੀਅਨ ਦੇ ਵਿੱਚ ਕਿਹਾ ਜਾਂਦਾ, ਉਹਨਾਂ ਦੇ ਵੱਲੋਂ ਕਹਿੰਦੇ ਕਿ ਸਾਨੂੰ ਇਸ ਦਾ ਕਨਫਰਮ ਨਹੀਂ ਹੈ ਕਿ ਇਹਨਾਂ ਨੇ
ਇਸ ਬੰਬ ਦੀ ਵਰਤੋਂ ਕੀਤੀ ਹੈ। ਜੇਕਰ ਇਸ ਬੰਬ ਦੀ ਵਰਤੋਂ ਰਸ਼ੀਆ ਵੱਲੋਂ ਸੱਚਮੁੱਚ ਹੀ ਕੀਤੀ ਗਈ ਹੈ ਅਤੇ ਇਹ ਤਾਂ ਸਿੱਧਾ ਹੀ ਜੰਗ ਦਾ ਐਲਾਨ ਹੈ, ਕਿਉਂਕਿ ਫਿਰ ਸ਼ਾਇਦ ਸੱਚੀ ਹੀ ਤੀਜੀ ਵਿਸ਼ਵ ਯੁੱਧ ਲੱਗਣ ਦੀ ਆਸ਼ੰਕਾ ਜੀ। ਫਿਰ ਸ਼ਾਇਦ ਇਹ ਬਚਾਉਣ ਦੇ ਲਈ ਅਮਰੀਕਾ ਵੀ ਵਿੱਚ ਡਿੱਗ ਸਕਦਾ ਜੀ ਕਿ ਇੱਦਾਂ ਦਾ ਇਹਨੇ ਕੰਮ ਕੀਤਾ। ਅਤੇ ਉਸ ਤੋਂ ਬਾਅਦ ਇੱਕ ਅਪਡੇਟ ਜਿਹਦਾ ਨਾਂ ਹੈ ਜੀ ਇੱਕ ਫਿਲਮ ਆ ਜੋ ਕਿ ਇਟਲੀ ਦੇ ਵਿੱਚ ਆਈ ਸੀ, ਜਿਸ ਦਾ ਨਾਂ ਸੀ ਸਪਾਕਾ ਔਸਾ। ਉਸ ਫਿਲਮ ਤੋਂ ਬਾਅਦ 8 ਬੰਦਿਆਂ ਨੂੰ ਰੋਕਿਆ ਗਿਆ। 2 ਸਾਲ ਬਾਅਦ 8 ਬੰਦਿਆਂ ਨੂੰ ਰੋਕਿਆ ਗਿਆ। 23 ਬੰਦਿਆਂ ਦੇ ਸਿਰ ਇਨਕੁਆਇਰੀ ਚੱਲੀ ਆ। ਕਾਰਨ ਕੀ ਹੈ ਜੀ? ਕਾਰਨ ਇਹ ਹੈ ਜੀ ਇੰਸ਼ੋਰੈਂਸ ਕੰਪਨੀਆਂ ਵਾਲਿਆਂ ਦੇ ਨਾਲ ਕਰਦੇ ਸਨ ਧੋਖਾ ਕਰਨ ਦਾ ਇਹਨਾਂ ਨੇ ਬਹੁਤ ਵਧੀਆ ਇੱਕ ਜੁਗਾੜ ਬਣਾਇਆ ਸੀ। ਤਕਰੀਬਨ ਸਾਲ ਦੇ ਵਿੱਚ 10 ਤੋਂ 20 ਲੱਖ ਯੂਰੋ ਕਮਾ ਲੈਂਦੇ ਸਨ। ਕਮਾਉਣ ਦਾ ਕਾਰਨ ਕੀ ਸੀਗਾ? ਆਪਣੀਆਂ ਲੱਤਾਂ ਬਾਹਾਂ ਦੇ ਉੱਤੇ ਇੱਟਾਂ ਮਾਰ ਕੇ ਲੱਤਾਂ ਬਾਹਾਂ ਤੋੜਦੇ ਸੀ ਅਤੇ ਉਸ ਨੂੰ ਇੱਕ ਬਣਿਆ ਬਣਾਇਆ ਐਕਸੀਡੈਂਟ ਕਰਦੇ ਸੀ, ਜਾਂ ਫਿਰ ਉੱਥੇ ਜਾ ਕੇ ਧੌਣ ਫੜ ਕੇ ਬਹਿ ਜਾਂਦੇ ਸਨ, ਇੰਸ਼ੋਰੈਂਸ ਤੋਂ ਪੈਸੇ ਲੈਂਦੇ ਸਨ। ਦੱਸਿਆ ਜਾ ਰਿਹਾ ਕਿ ਪਲੇਰਮੋ ਤੋਂ ਬੰਦਿਆਂ ਨੂੰ ਲਿਆਂਦਾ ਜਾਂਦਾ ਸੀ, ਜਹਾਜ਼ਾਂ ਦੇ ਵਿੱਚ ਆਉਂਦੇ ਸੀ ਅਤੇ ਕਿਸੇ ਨਾ ਕਿਸੇ ਨੌਰਥ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਇੱਦਾਂ ਸ਼ੋਅ ਕੀਤਾ ਜਾਂਦਾ ਸੀ ਕਿ ਗੱਡੀ ਦੇ ਵਿੱਚ ਬੱਚੇ ਆ ਅਤੇ ਗੱਡੀ ਦੇ ਥੱਲੇ ਆ ਕੇ ਲੱਤਾਂ ਟੁੱਟ ਗਈਆਂ ਅਤੇ ਉਹਨਾਂ ਨੇ ਜਿਹੜੀਆਂ ਲੱਤਾਂ ਟੁੱਟੀਆਂ ਪਹਿਲਾਂ ਹੀ ਤੋੜੀਆਂ ਹੁੰਦੀਆਂ ਸਨ ਅਤੇ ਇੰਸ਼ੋਰੈਂਸ ਤੋਂ ਪੈਸੇ ਲੈਂਦੇ ਸਨ। ਬੰਦਿਆਂ ਨੂੰ ਬਕਾਇਦਾ ਟ੍ਰੇਨਿੰਗ ਦੇ ਕੇ ਲਿਆਇਆ ਜਾਂਦਾ ਸੀ। ਟੁੱਟੀਆਂ ਲੱਤਾਂ ਦੇ ਨਾਲ ਗੱਡੀ ਦੇ ਮੂਹਰੇ ਜਾ ਕੇ ਡਿੱਗ ਜਾਣ, ਬਸ ਉਹਨਾਂ ਦਾ ਕੰਮ ਸੀ ਡਿੱਗਣਾ, ਖੜਾਕਾ ਹੱਥ ਨਾਲ ਜਾਂ ਕਿਸੇ ਦੇ ਨਾਲ ਕਰਨਾ। ਇੱਕ ਹੋਰ ਬੰਦਾ ਰੱਖਿਆ ਹੁੰਦਾ ਹੈ ਜਿਹੜਾ ਛੱਪੜ ਦਾ ਗਵਾਹ ਡੱਡੂ, ਜਿਹਨੂੰ ਪੁੱਛਿਆ ਜਾਂਦਾ ਹੈ ਕਿ ਹਾਂਜੀ ਮੈਂ ਦੇਖਿਆ ਇਹ ਗੱਡੀ ਇਹਦੇ ਵਿੱਚ ਵੱਜੀ ਹੈ। ਇਸ ਤਰ੍ਹਾਂ ਕਰਕੇ ਇਹਨਾਂ ਨੇ ਜੀ ਪਿਛਲੇ ਸਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ 7 ਲੱਖ ਯੂਰੋ ਤੱਕ ਇਹਨਾਂ ਨੇ ਸਰਕਾਰ ਤੋਂ ਇੰਸ਼ੋਰੈਂਸ ਕੰਪਨੀਆਂ ਤੋਂ ਹੜੱਪ ਲਿਆ, ਪਰ 10 ਲੱਖ ਤੋਂ ਵੱਧ ਜਿਹੜੀ ਗਿਣਤੀ ਆ ਇਹਨਾਂ ਨੂੰ ਇਨਕੁਆਇਰੀ ਹੋਣ ਦੇ ਰੁਕ ਗਈ ਆ। ਅਤੇ ਇਸ ਕਰਕੇ ਜਿਸ ਟਾਈਮ ਕੋਈ ਵੀ ਗੱਡੀ ਦੇ ਵਿੱਚ ਇਸ ਤਰ੍ਹਾਂ ਦਾ ਵੱਜਦਾ ਤਾਂ ਉਸ ਦਾ ਥੋੜ੍ਹਾ ਜਿਹਾ ਖਿਆਲ ਰੱਖਿਓ। ਜਿਹੜੇ ਧੋਖਾਧੜੀ ਕਰਨ ਵਾਲੇ ਲੋਕ ਨੇ ਕਿਸੇ ਨਾ ਕਿਸੇ ਤਰ੍ਹਾਂ ਧੋਖਾ ਕਰਨ ਦੀ ਜਿਹੜੀ ਹੈ ਸਕੀਮ ਬਣਾ ਹੀ ਲੈਂਦੇ ਆ। ਅਤੇ ਇਹਦੇ ਨਾਲ ਅੱਜ ਦੇ ਜੋ ਖਬਰਾਂ ਨੇ ਅਪਡੇਟ ਨੇ ਇੱਥੇ ਖਤਮ ਹੁੰਦੇ ਨੇ। ਮਿਲਾਂਗੇ ਤੁਹਾਡੇ ਨਾਲ ਆਪਣਾ ਅਗਲੇ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਟਾਲੀਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।